ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਤਾ ਨੇ ਜੋ ਇਸ ਹਫ਼ਤੇ ਸਾਨੂੰ ਅਭਿਆਸ ਬਖਸ਼ਿਆ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਉਚਾਰਨ ਕੀਤਾ ਸ਼ੰਤ। ਗੁਰ ਅੰਮ੍ਰਿਤ ਪਿੰਨੀ ਦੇਹੁਰੀ, ਅੰਮ੍ਰਿਤ ਬੁਰ ਕੇ ਰਾਮ ਰਾਜੇ। ਜਿਨਾ ਗੁਰਬਾਣੀ ਮਨ ਪਾਈਆ, ਅੰਮ੍ਰਿਤ ਛਕ ਛਕੇ। ਗੁਰ ਤੁਠੈ ਹਰ ਪਾਇਆ, ਚੁਕੇ ਤਕ ਤਕੇ। ਹਰ ਜਨ ਹਰ ਹਰ ਹੋਇਆ, ਨਾਨਕ ਹਰ ਕੇ। ਗੁਰੂ ਪਿਤਾ ਕਿਰਪਾ ਕਰਦੇ ਨੇ ਤੇ ਕਈ ਤਰ੍ਹਾਂ ਸਮਝਾਉਂਦੇ ਸੱਚੇ ਪਿਤਾ। ਕਦੀ ਇਸ ਤਰ੍ਹਾਂ ਲੱਗਦਾ ਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰੇਮ ਵਿੱਚ ਇਹ ਸ਼ੰਤ ਉਚਾਰਦੇ ਹੋਣ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਦੀ ਦੇਹੀ ਇੱਥੇ, ਜਿੱਦਾਂ ਦੇਹੁਰੀ ਤੋਂ ਭਾਵ ਸਰੀਰ ਆ, ਦੇਹੀ ਆ, ਤੇ ਇਸ ਤਰ੍ਹਾਂ ਲੱਗਦਾ ਗੁਰ ਅੰਮ੍ਰਿਤ ਪਿੰਨੀ ਦੇਹੁਰੀ, ਵੀ ਗੁਰੂ ਪਿਤਾ ਦੀ ਦੇਹੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਹੀ। ਕਿਹੜੀ ਦੇਹੀ? ਸਤਿਗੁਰ ਵਿੱਚ ਆਪ ਰੱਖਿਉਣ। ਉਹ ਸਤਿਗੁਰੂ ਦੀ ਦੇਹੀ ਜਿਹਦੇ ਵਿੱਚ ਅਕਾਲ ਪੁਰਖ ਨੇ ਆਪਣਾ ਆਪ ਹੀ ਟਿਕਾ ਦਿੱਤਾ। ਐਸੀ ਦੇਹੀ ਫਿਰ ਅੰਮ੍ਰਿਤ ਨਾਲ ਤੇ ਭਰਪੂਰ ਹੋਏਗੀ ਨਾ। ਉਹਦੇ ਵਿੱਚ ਤੇ ਇੱਕ ਅਲੱਗ ਕਿਸਮ ਦੀ ਕਹਿ ਲਓ ਕਿ ਉਹਦੇ ਤੋਂ ਵਰਖਾ ਹੋਏਗੀ। ਸੋ ਗੁਰੂ ਪਿਤਾ ਇੱਥੇ ਸਮਝਾਉਂਦੇ ਵੀ ਉਹ ਦੇਹੀ ਜਿਹਦੇ ਵਿੱਚ ਵਾਹਿਗੁਰੂ ਜੀ ਅਕਾਲ ਪੁਰਖ ਨੇ ਆਪਣਾ ਆਪ ਹੀ ਰੱਖਿਆ ਨਾ, ਉਹ ਦੇਹੀ ਜਿਹੜੀ ਆ ਉਹ ਨਾਮ ਅੰਮ੍ਰਿਤ ਨਾਲ ਭਰਪੂਰ ਆ, ਹੈ ਨਾ। ਐਨ ਇੱਕਦਮ ਗੜਚੋਨਿਆ, ਉਹਦੇ ਰੋਮ ਰੋਮ ਵਿੱਚੋਂ ਨਾਮ ਅੰਮ੍ਰਿਤ ਜਿਹੜਾ ਆ ਉਹ ਚੋਰਿਆ ਆ, ਹੈ ਨਾ। ਐਸਾ ਅੰਮ੍ਰਿਤ ਜਿਹਨੂੰ ਛਕਣ ਨਾਲ ਕਹਿ ਲਓ ਕਿ ਅਸੀਂ ਸਾਡਾ ਜਿਹੜਾ ਆਤਮਿਕ ਜਿਹੜਾ ਸਾਡਾ ਜੀਵਨ ਆ, ਉਹ ਅਸੀਂ ਬਾਰ ਬਾਰ ਨਹੀਂ ਮਨ ਤੇ ਤਨ ਕਰਕੇ ਅਸੀਂ ਫਿਰ ਕਹਿ ਲਓ ਅਮਰ ਹੋ ਜਾਂਦੇ ਹਾਂ, ਅਸੀਂ ਤ੍ਰਿਪਤ ਹੋ ਜਾਂਦੇ ਹਾਂ। ਬਾਰ ਬਾਰ ਅਸੀਂ ਮਰਦੇ ਨਹੀਂ, ਸਾਡੀਆਂ ਸਭ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਉਸ ਅੰਮ੍ਰਿਤ ਜਲ ਨੂੰ ਛਕ ਕੇ। ਹੁਣ ਇਹ ਅੰਮ੍ਰਿਤ ਜਿਹੜਾ ਆ ਉਹ ਅਸੀਂ ਬਾਣੀ ਰੂਪ ਵੀ ਕਹਿ ਸਕਦੇ ਹਾਂ, ਨਾਮ ਵੀ ਕਹਿ ਸਕਦੇ ਹਾਂ, ਵੀ ਬਾਣੀ ਰਾਹੀਂ ਅਸੀਂ ਜਦੋਂ ਬਚਨ ਮੰਨਦੇ ਹਾਂ ਜਾਂ ਅਸੀਂ ਨਾਮ ਜਪਦੇ ਹਾਂ ਵਾਹਿਗੁਰੂ ਜੀ ਦਾ, ਉਹ ਵੀ ਬਚਨ ਨੇ। ਸੋ ਕਹਿੰਦੇ ਗੁਰੂ ਪਿਤਾ ਸਮਝਾਉਂਦੇ ਆ ਕਿ ਜਦੋਂ ਅਸੀਂ ਗੁਰੂ ਪਿਤਾ ਦੇ ਕੋਲ ਹੈ ਨਾ ਮਨ ਕਰਕੇ ਪੂਰਨ ਪ੍ਰੇਮ ਵਿੱਚ ਬੈਠਦੇ ਹਾਂ ਨਾ, ਤੇ ਹੁਣ ਗੁਰੂ ਪਿਤਾ ਤੇ ਹਮੇਸ਼ਾ ਹੀ ਦਇਆ ਦੇ ਘਰ ਵਿੱਚ ਆ, ਉੱਥੋਂ ਤੇ ਅੰਮ੍ਰਿਤ ਝਰਦਾ ਹੀ ਰਹਿੰਦਾ ਨਿਰੰਤਰ। ਸੋ ਅਸੀਂ ਜਦੋਂ ਮਨ ਕਰਕੇ ਬੈਠਦੇ ਹਾਂ, ਕਹਿ ਲਓ ਆਪਣੇ ਮਨ ਦਾ ਭਾਂਡਾ ਖਾਲੀ ਕਰਕੇ ਗੁਰੂ ਪਿਤਾ ਕੋਲ ਬੈਠਦੇ ਹਾਂ, ਤੇ ਫਿਰ ਅਸੀਂ ਉਹਨੂੰ ਗ੍ਰਹਿਣ ਕਰਦੇ ਹਾਂ, ਉਸ ਪ੍ਰੇਮ ਨੂੰ, ਉਸ ਰਸ ਨੂੰ ਅਸੀਂ ਗ੍ਰਹਿਣ ਕਰਦੇ ਹਾਂ। ਫਿਰ ਉਹ ਜਿਹੜਾ ਮਹਾਰਾਜ ਕਿਰਪਾ ਕਰਦੇ ਆ ਕਿ ਜਦੋਂ ਅਸੀਂ ਮਤਲਬ ਉਹ ਜਿੱਦਾਂ ਗੁਰੂ ਪਿਤਾ ਅਕਾਲ ਪੁਰਖ ਜਿਹੜੇ ਆ ਉਹ 10 ਜਾਮਿਆਂ ਵਿੱਚ ਜਦੋਂ ਵਿਚਰੇ ਆ, ਹੈ ਨਾ, ਤਾਂ ਉਦੋਂ ਮਤਲਬ ਹਰ ਜਿੱਦਾਂ ਜਾਮੇ ਦੇ ਵਿੱਚ ਗੁਰੂ ਪਿਤਾ ਦੀਆਂ ਜਿਹੜੇ ਸਰੀਰ ਸੀ ਉਹਨਾਂ ਵਿੱਚ ਵੀ ਇੱਕ ਅਜਬ ਕਹਿ ਲਓ ਕਿ ਝਲਕਾਰਾ ਸੀ, ਜਿਹਨੂੰ ਉਹ ਟੱਚ ਕਰਦੇ ਹੀ ਜਿਹੜੇ ਜੀਵ ਉਹਨਾਂ ਕੋਲ ਬੈਠ ਜਾਂਦੇ ਸੀ ਉਹ ਨਹੀਂ ਰਹਿੰਦੇ ਜੋ ਪਹਿਲਾਂ ਹੁੰਦੇ। ਸੋ ਉਹ ਅੰਮ੍ਰਿਤ ਦੀ ਵਰਖਾ ਜਿਹੜੀ ਉਹ ਹਰ ਗੁਰੂ ਪਿਤਾ ਦੇ ਜਾਮੇ ਵਿੱਚ ਹੁੰਦੀ ਰਹੀ। ਜਿਵੇਂ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਵੀ ਕਲਗੀਧਰ ਪਾਤਸ਼ਾਹ ਜਿੱਦਾਂ ਕਿਤੇ ਦੀਵਾਨ ਸੱਜਦੇ ਹੁੰਦੇ ਸੀ, ਤੇ ਕਿਤੇ ਉਹ ਅਕਾਲ ਪੁਰਖ ਨਾਲ ਕਿਤੇ ਫਿਰ ਜਿੱਦਾਂ ਉਹਨਾਂ ਦੀ ਲਿਵ ਜਦੋਂ ਜੁੜ ਜਾਂਦੀ ਸੀ, ਫਿਰ ਦੀਵਾਨ ਵਿੱਚ ਇੱਕ ਅਜਬ ਰਸ ਜਿਹੜਾ ਉਹ ਕਾਇਮ ਹੋ ਜਾਂਦਾ ਸੀ। ਅਤੇ ਉਹ ਸਾਰੀ ਜਿਹੜੀ ਸੰਗਤ ਉੱਥੇ ਸਜੀ ਹੁੰਦੀ ਸੀ, ਉਹ ਉਸ ਰਸ ਨੂੰ, ਉਸ ਆਨੰਦ ਨੂੰ ਕਹਿ ਲਓ, ਜਿਹੜਾ ਉਹ ਆਨੰਦ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਮਾਣਦੀ ਸੀ। ਸੋ ਗੁਰੂ ਪਿਤਾ ਦੀ ਜਿਹੜੀ
ਦੇਹੀ ਆ ਉਹ ਐਸੇ ਕਹਿ ਲਓ ਕਿ ਹੁਣ ਉਹ ਅਕਾਲ ਪੁਰਖ ਜਿਹੜਾ ਰਮਿਆ ਆ ਹਰ ਕਣ ਕਣ ਵਿੱਚ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਨੇ ਉਹ ਸਤਿਗੁਰਾਂ ਦੀ ਦੇਹੀ ਵਿੱਚ ਆਪਣਾ ਆਪ ਟਿਕਾ ਕੇ ਉਹ ਵਰਤੇ ਨੇ। ਇਸ ਕਰਕੇ ਉਹ ਦੇਹੀਆਂ ਜਿਹੜੀਆਂ ਸੀ ਉਹ ਵਾਕਿਆ ਹੀ ਅੰਮ੍ਰਿਤ ਨਾਲ ਭਰਪੂਰ ਸੀ। ਅਤੇ ਉਹ ਜਿੱਥੇ ਵੀ ਜਾਂਦੀਆਂ ਸੀ ਮਨ ਜਿਹੜੇ ਸੁੱਕੇ ਵੀ ਜਿਹੜੇ ਹਰੇ ਹੋ ਜਾਂਦੇ ਸੀ, ਸਿੰਜੇ ਜਾਂਦੇ ਸੀ। ਸੋ ਉਹਨਾਂ 'ਚੋਂ ਨਿਰੰਤਰ ਛਿੜਕਾਓ ਹੁੰਦਾ ਰਹਿੰਦਾ ਸੀ। ਹੁਣ ਜਦੋਂ ਵਾਹਿਗੁਰੂ ਜੀ ਜਦੋਂ ਅਕਾਲ ਪੁਰਖ ਜਿਹੜੇ ਹੀ ਹੈ ਨਾ 10 ਜਾਮਿਆਂ ਵਿੱਚ ਵਰਤੇ, ਉਹਨਾਂ ਦੀਆਂ 10 ਜਾਮਿਆਂ ਵਿੱਚੋਂ ਉਹ ਅੰਮ੍ਰਿਤ ਝਰਦਾ ਸੀ ਜਿਹਨੂੰ ਸੰਗਤਾਂ ਰੱਜ ਰੱਜ ਕੇ ਛਕਦੀਆਂ ਸੀ। ਫਿਰ ਗੁਰੂ ਪਿਤਾ ਨੇ ਦਰਸ਼ਨ ਕਰਵਾਏ ਵੀ ਹੁਣ ਸਾਡੇ ਵਿੱਚ ਵਾਹਿਗੁਰੂ ਜੀ ਜਿਹੜੇ ਆ ਉਹ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣਾ ਆਪ ਰੱਖ ਕੇ ਅਤੇ ਸੰਗਤਾਂ ਨੂੰ ਨਿਹਾਲ ਕਰਦੇ ਆ ਹੈ ਨਾ। ਪਰ ਹੁਣ ਇਸ ਸਰੂਪ ਵਿੱਚੋਂ ਨਾ ਅੰਮ੍ਰਿਤ ਨਾਮ ਰਸ ਦੇ ਜਿਹੜੇ ਝਰਨੇ ਹਮੇਸ਼ਾ ਹੀ ਚੱਲਦੇ ਰਹਿੰਦੇ ਆ, ਵਰਖਾ ਹੁੰਦੀ ਰਹਿੰਦੀ ਆ। ਪਰ ਹੁਣ ਗੁਰੂ ਪਿਤਾ ਦੇ ਜਦੋਂ ਅਸੀਂ ਬੋਲ ਸੁਣਦੇ ਹਾਂ ਜਾ ਕੇ ਹੈ ਨਾ, ਜਾਂ ਗਾਉਂਦੇ ਹਾਂ ਵਾਹਿਗੁਰੂ ਜੀ ਦੀ ਬਾਣੀ ਨੂੰ, ਗੁਰੂ ਪਿਤਾ ਦੀ ਬਾਣੀ ਨੂੰ ਹੈ ਨਾ, ਅਤੇ ਕਈ ਵਾਰੀ ਸੁਣਦਿਆਂ ਗਾਉਂਦਿਆਂ ਕਈ ਵਾਰੀ ਅਸੀਂ ਉਹ ਤੁਕਾਂ ਬੜੀ ਵਾਰੀ ਪੜ੍ਹੀਆਂ ਹੁੰਦੀਆਂ, ਜਿੱਦਾਂ ਮੰਨ ਲਓ ਰਹਿਰਾਸ ਸਾਹਿਬ ਕਰਦਿਆਂ ਹੀ ਹੈ ਨਾ। ਪਰ ਗੁਰੂ ਪਿਤਾ ਦੀ ਬਾਣੀ ਐਸੀ ਕਹਿ ਲਓ ਅਜਬ ਖੇਡ ਕਈ ਵਾਰੀ ਖੇਡਦੀ ਆ, ਐਸੇ ਛਿੱਟੇ ਮਾਰ ਦਿੰਦੀ ਆ, ਐਸੇ ਤੀਰ ਮਾਰ ਦਿੰਦੀ ਆ ਕਿ ਜਿਹੜਾ ਮਨ ਜਨਮਾਂ ਜਨਮਾਂ ਦਾ ਸੁੱਤਾ ਹੁੰਦਾ ਨਾ ਉਹਨੂੰ ਜਗਾ ਦਿੰਦੀ ਆ। ਅਤੇ ਸਾਨੂੰ ਫਿਰ ਇੱਦਾਂ ਇੱਕਦਮ ਫੀਲ ਹੁੰਦਾ ਵਾਹਿਗੁਰੂ ਵਾਹਿਗੁਰੂ, ਮੈਂ ਤਾਂ ਇੱਦਾਂ ਕਦੀ ਸੋਚਿਆ ਹੀ ਨਹੀਂ। ਕਈ ਵਾਰੀ ਇਸ ਤਰ੍ਹਾਂ ਮਨ ਨੂੰ ਜਿੱਦਾਂ ਕੋਈ ਮਹਾਰਾਜ ਦੀ ਬਾਣੀ ਦਾ ਕਹਿ ਲਓ ਅਣਿਆਲਾ ਤੀਰ ਵੱਜਦਾ। ਹੁਣ ਉਹ ਮਹਾਰਾਜ ਦੀ ਬਾਣੀ ਦਾ ਜਿਹੜਾ ਅਣਿਆਲਾ ਤੀਰ ਆ ਨਾ, ਉਹ ਇਸ ਤਰ੍ਹਾਂ ਦਾ ਤੀਰ ਆ ਕਿ ਜਿਹਨੂੰ ਕਿਤੇ ਜਿਹਦੇ ਹਿਰਦੇ ਨੂੰ ਲੱਗ ਜਾਂਦਾ ਨਾ, ਫਿਰ ਉਹਦਾ ਮਨ ਜਿਹੜਾ ਆ ਉਹ ਨਹੀਂ ਰਹਿ ਜਾਂਦਾ ਜੋ ਪਹਿਲਾਂ ਹੀ ਹੈ ਨਾ। ਉਹਦੀਆਂ ਜਿਹੜੀਆਂ ਵਾਸ਼ਨਾਵਾਂ ਆ ਉਹ ਸਾਰੀਆਂ ਉਹ ਤੀਰ ਜਿਹੜਾ ਖਿੱਚ ਲਿਆਉਂਦਾ ਬਾਹਰ। ਸੋ ਜਿਹੜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਜਿਨ੍ਹਾਂ 'ਚ ਗੁਰੂ ਸਾਹਿਬ ਆਪ ਬਿਰਾਜੇ ਹੋਏ ਆ, ਉਹ ਨਿਰੰਤਰ ਕਹਿ ਲਓ ਕਿ ਉਹ ਬਸ ਬਖਸ਼ਿਸ਼ਾਂ ਦਾ ਮੀਂਹ ਪੈ ਰਿਹਾ ਹੈ ਨਾ। ਅਤੇ ਜਿਹੜਾ ਸਾਨੂੰ ਅਸੀਂ ਜਦੋਂ ਕੋਲ ਬੈਠਦੇ ਜਾ ਕੇ ਪਹਿਲਾਂ ਅਸੀਂ ਬਾਹਰੋਂ ਪਵਿੱਤਰ ਹੋ ਜਾਂਦੇ ਹਾਂ ਨਾ, ਫਿਰ ਉਹ ਗੁਰੂ ਪਿਤਾ ਦੇ ਬਚਨ ਜੇ ਕਿਤੇ ਸਾਡਾ ਮਨ ਜਿਹੜਾ ਵਾ ਖਾਲੀ ਹੋਵੇ ਹੈ ਨਾ, ਅਸੀਂ ਕੀਤਾ ਮਤਲਬ ਜਿੱਦਾਂ ਹੋਰ ਸਾਰੀਆਂ ਅਸੀਂ ਜਿੱਦਾਂ ਸੋਚਾਂ ਲਈ ਫਿਰਦੇ, ਜੇ ਕਿਤੇ ਅਸੀਂ ਮਨ ਦੀ ਖੋਜ ਕਰੀਏ ਹੈ ਨਾ, ਮਨ ਨੂੰ ਅਸੀਂ ਸਾਫ਼ ਕਰਨ ਦੀ ਕੋਸ਼ਿਸ਼ ਕਰੀਏ, ਜੋਦੜੀਆਂ ਕਰੀਏ, ਫਿਰ ਉਹ ਜਿਹੜਾ ਅੰਮ੍ਰਿਤ ਆ ਮਹਾਰਾਜ ਦੀ ਬਾਣੀ ਵਿੱਚੋਂ ਗੁਰੂ ਪਿਤਾ ਦੇ ਜਿਹੜੇ ਬਚਨ ਆ ਉਹ ਸਾਡੇ ਸਰੀਰ ਦੇ ਵਿੱਚ ਜਾਂਦੇ ਆ। ਅਤੇ ਜਿੱਧਰ ਜਿੱਧਰ ਨੂੰ ਕਹਿ ਲਓ ਕਿ ਉਹ ਅੰਮ੍ਰਿਤ ਜਿਹੜਾ ਉਹ ਆਨੰਦ ਆ, ਜਿੱਧਰ ਜਿੱਧਰ ਨੂੰ ਉਹ ਤੁਰਿਆ ਜਾਂਦਾ ਵਾ, ਉਹ ਸਾਡੇ ਸਰੀਰ ਨੂੰ ਸਿੰਜਦਾ ਜਾਂਦਾ, ਮਨ ਨੂੰ ਵੀ ਕਹਿ ਲਓ ਉਹ ਸਿੰਜ ਦਿੰਦਾ ਆ ਹੈ ਨਾ। ਪਹਿਲਾਂ ਤਾਂ ਉਹਦੇ ਕਰਕੇ ਬਾਣੀ ਦੇ ਕਹਿ ਲਓ ਵੀ ਅੰਦਰ ਜਾਣ ਕਰਕੇ, ਗੁਰੂ ਪਿਤਾ ਦੇ ਬਚਨਾਂ ਦੇ ਅੰਦਰ ਜਾਣ ਕਰਕੇ ਸਾਡੇ ਔਗਣ ਜਿਹੜੇ ਆ ਉਹ ਸੜਦੇ ਆ। ਜਿੱਦਾਂ ਹੁਣ ਹਉਮੈ ਰੋਗ ਵੀ ਜਿਹੜੀ ਆ, ਜਿੱਦਾਂ ਹੁਣ ਅਸੀਂ ਪਿੱਛੇ ਪੜ੍ਹਿਆ ਸੀ ਕਿ ਮੇਰੇ ਮਨ ਤਨ ਨਾਮ ਆਧਾਰ ਹੈ ਹਉਮੈ ਬਿਖ ਜਾਲੀ। ਜਦੋਂ ਹੁਣ ਅਸੀਂ ਆਪਣੇ ਮਨ ਅਤੇ ਤਨ ਦਾ ਸਾਡੇ ਦਾ ਆਧਾਰ ਜਿਹੜਾ ਆ ਉਹ ਗੁਰੂ ਦਾ ਸ਼ਬਦ ਹੋ ਗਿਆ, ਅਤੇ ਫਿਰ ਉਹ ਸ਼ਬਦ ਜਦੋਂ ਅੰਦਰ ਸਾਡਾ ਆਧਾਰ ਆ, ਭੋਜਨ ਆ, ਜਦੋਂ ਅਸੀਂ ਰੋਜ਼ ਉਹਨੂੰ ਭੋਜਨ ਨੂੰ ਛਕਦੇ ਹਾਂ, ਅਤੇ ਫਿਰ ਉਹ ਹਉਮੈ ਦੀ ਜਿਹੜੀ ਜ਼ਹਿਰ ਵਰਗਾ ਹੀ ਇਹ ਅੰਮ੍ਰਿਤ ਨਾਮ ਜਦੋਂ ਸਾਡੇ ਅੰਦਰ ਜਾਂਦਾ, ਇਹ ਹਉਮੈ ਨੂੰ ਸਾੜ ਦਿੰਦਾ ਆ। ਹੁਣ ਸਾਡੇ ਜਦੋਂ ਔਗਣ ਖਤਮ ਹੋ ਗਏ ਹੈ ਨਾ, ਅਤੇ ਅਸੀਂ ਫਿਰ ਉਹ ਹਉਮੈ ਸਾਡੀ ਖਤਮ ਹੋ ਗਈ, ਜਿਹਦੇ ਕਰਕੇ ਅਸੀਂ ਗੁਰੂ ਪਿਤਾ ਤੋਂ ਕਹਿ ਲਓ ਕਿ ਸਾਡੀ ਵੱਖਰੀ ਹੋਂਦ ਬਣੀ ਸੀ। ਹੁਣ ਅਸੀਂ ਉਹ ਅਕਾਲ ਪੁਰਖ ਜਿਹਦੇ ਤੋਂ ਅਸੀਂ ਇੱਕ ਦਿਨ ਵਿਛੜੇ ਸੀ, ਜਦੋਂ ਅਕਾਲ ਪੁਰਖ ਨੇ ਖੇਡ ਖੇਡੀ, ਵਾਹਿਗੁਰੂ ਜੀ ਨੇ ਇੱਕ ਤੋਂ ਅਨੇਕ ਹੋਏ ਹੈ ਨਾ, ਅਤੇ ਫਿਰ ਅਸੀਂ ਉਹਨਾਂ ਦੇ ਵਿੱਚ ਹੀ ਜਿਹੜਾ ਕਹਿ ਲਓ ਵਾਪਸ ਸਮਾ ਜਾਂਦੇ ਹਾਂ ਨਾ। ਹੁਣ ਉਦੋਂ ਜਦੋਂ ਅਸੀਂ ਵਾਹਿਗੁਰੂ ਜੀ ਤੋਂ ਹੁਣ ਵਾਹਿਗੁਰੂ ਜੀ ਦੀਆਂ ਅਸੀਂ ਅੰਸ਼ਾਂ ਕਹਿ ਲਓ ਹੈ ਨਾ, ਵਾਹਿਗੁਰੂ ਜੀ ਦਾ ਅਸੀਂ ਹਿੱਸਾ ਆ, ਵਿਛੜੇ ਆ ਉਹਨਾਂ ਤੋਂ, ਅਤੇ ਫਿਰ ਉਹਦਾ ਮਤਲਬ ਇਹ ਆ ਕਿ ਉਹ ਨਾਮ ਜਿਹੜਾ ਸਾਡੇ ਅੰਦਰ ਹੈਗਾ ਆ, ਉਹ ਅੰਮ੍ਰਿਤ ਸਾਡੇ ਅੰਦਰ ਹੈਗਾ ਆ ਹੈ ਨਾ। ਅਤੇ ਜਿੱਦਾਂ ਹੁਣ ਗੁਰੂ ਪਿਤਾ ਕਹਿੰਦੇ ਵੀ ਨਾਮ ਦੇ ਆਸਰੇ ਹੀ ਸਾਰਾ ਕੁਛ ਚੱਲ ਰਿਹਾ ਨਾ, ਅਤੇ ਫਿਰ ਇਹਦਾ ਮਤਲਬ ਪਤਾ ਲੱਗਦਾ ਵੀ ਨਾਮ ਸਾਡੇ ਅੰਦਰ ਹੈਗਾ ਵਾ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਪਰ ਹੁਣ ਇਹ ਜਿਹੜਾ ਅੰਦਰ ਨਾਮ ਆ, ਜਦੋਂ ਹੁਣ ਬਾਹਰੋਂ ਅਸੀਂ ਗੁਰੂ ਪਿਤਾ ਦੀ ਬਾਣੀ ਜਿਹੜੀ ਆ ਉਹਨੂੰ ਪ੍ਰੇਮ ਨਾਲ ਅਸੀਂ ਗਾਉਂਦੇ ਹਾਂ, ਗੁਰੂ ਪਿਤਾ ਦੇ ਬਚਨਾਂ ਨੂੰ ਅਸੀਂ ਮੰਨਦੇ ਹਾਂ ਨਾ, ਫਿਰ ਇਹ ਗੁਰਬਾਣੀ ਰਾਹੀਂ ਜਿਹੜਾ ਇਹ ਅੰਮ੍ਰਿਤ ਆ
ਇਹ ਉਹ ਜਿਹੜਾ ਨਾਮ ਰੂਪੀ ਬੀਜ ਸਾਡੇ ਅੰਦਰ ਪਿਆ ਆ, ਉਹਨੂੰ ਇਹ ਜਾ ਕੇ ਸਿੰਜ ਦਿੰਦਾ ਆ। ਇਹ ਹੁਣ ਜਿਹੜਾ ਗੁਰੂ ਪਿਤਾ ਦੀ ਦੇਹੀ ਦੇ ਵਿੱਚੋਂ ਅੰਮ੍ਰਿਤ ਕਹਿ ਲਓ ਝਰ ਰਿਹਾ ਹੀ, ਬੁਰਕੇ ਰਾਮ ਰਾਜੇ, ਭਾਵ ਉਹ ਜਿਹੜੇ ਛਿੱਟੇ ਜਿਹੜੇ ਸਾਡੇ ਤੇ ਪੈ ਜਾਂਦੇ ਆ, ਫਿਰ ਉਹ ਸਾਡੇ ਅੰਦਰ ਜਾਂਦੇ ਆ, ਤੇ ਉਹ ਜਿਹੜਾ ਨਾਮ ਸਾਡੇ ਅੰਦਰ, ਨਾਮ ਰੂਪੀ ਅੰਮ੍ਰਿਤ ਸਾਡੇ ਅੰਦਰ ਜਿਹੜਾ ਹੈਗਾ ਆ ਅੰਸ਼ ਗੁਰੂ ਪਿਤਾ ਦੀ, ਉਹਨੂੰ ਸਿੰਜ ਦਿੰਦਾ ਜਾ ਕੇ। ਹੁਣ ਉਹ ਜਦੋਂ ਨਾਮ ਰੂਪੀ ਬੀਜ ਫਿਰ ਫੁੱਟ ਪੈਂਦਾ ਹੈ ਨਾ, ਤੇ ਫਿਰ ਜਿਹੜੀ ਇਹ ਸਾਡਾ ਜਨਮਾਂ ਜਨਮਾਂ ਦਾ ਸੋਇਆ ਜਿਹੜਾ ਮਨ ਹੀਗਾ, ਸੁੱਤਾ ਹੀਗਾ ਜਿਹੜਾ, ਇਹ ਜਾਗ ਜਾਂਦਾ, ਸਾਡੀ ਸੁਰਤ ਜਿਹੜੀ ਜਾਗ ਜਾਂਦੀ। ਫਿਰ ਹੁਣ ਹੁੰਦਾ ਕੀ ਆ, ਫਿਰ ਰਾਮ ਰਾਜੇ, ਅੰਮ੍ਰਿਤ ਬੁਰਕੇ ਰਾਮ ਰਾਜੇ। ਹੁਣ ਇਸ ਅੰਮ੍ਰਿਤ ਨੇ ਜਦੋਂ ਅੰਦਰ ਕਹਿ ਲਓ ਸਾਰਾ ਸਿੰਜ ਦਿੱਤਾ ਸਾਡਾ ਮਨ, ਤੇ ਫਿਰ ਸਾਡਾ ਜਿਹੜਾ ਰਾਮ ਰਾਜੇ ਜਿਹੜੇ ਰਮੇ ਹੋਏ ਵਾਹਿਗੁਰੂ ਜੀ ਆ, ਪਾਤਸ਼ਾਹਾਂ ਦੇ ਪਾਤਸ਼ਾਹ ਰਾਜੇ, ਉਹ ਹੁਣ ਸਾਨੂੰ ਹਰ ਪਾਸੇ ਕਣ ਕਣ ਵਿੱਚ ਵਿਖਾਈ ਦੇਣ ਲੱਗ ਜਾਂਦੇ ਆ, ਸਾਨੂੰ ਦਰਸ਼ਨ ਹੋ ਜਾਂਦੇ ਆ ਉਸ ਵਾਹਿਗੁਰੂ ਜੀ ਦੇ ਸਾਰੇ ਪਾਸੇ ਰਮੇ ਹੋਇਆਂ ਦੇ। ਹੁਣ ਉਹ ਸਾਡੀ ਜਿਹੜੀ ਦੇਹੀ ਆ, ਸਾਡਾ ਸਰੀਰ ਵੀ ਜਿਹੜਾ ਉਸ ਅੰਮ੍ਰਿਤ ਨਾਲ ਸਿੰਜੀ ਗਈ ਆ, ਹੈ ਨਾ। ਜਿਹੜਾ ਅੰਮ੍ਰਿਤ ਮੇਰੇ ਪਾਤਸ਼ਾਹ ਦੀ ਦੇਹੀ ਵਿੱਚੋਂ ਕਹਿ ਲਓ ਡੁੱਲ ਡੁੱਲ ਪੈਂਦਾ ਸੀ, ਪਰ ਵਾਹਿਗੁਰੂ ਜੀ ਐਸੀ ਅਵਸਥਾ ਮਿਲਦੀ ਕਿਹਨੂੰ ਆ, ਹੈ ਨਾ। ਸਾਡੇ ਕੋਲ ਤੇ ਅਜੇ ਇੱਦਾਂ ਦੀ ਅਵਸਥਾ ਨਹੀਂ, ਇਹ ਬਖਸ਼ਿਸ਼ ਨਹੀਂ, ਐਸੀ ਨਿਰਾਲੀ ਬਖਸ਼ਿਸ਼ ਕਿਹਦੇ ਉੱਪਰ ਹੁੰਦੀ ਆ। ਤਾਂ ਗੁਰੂ ਪਿਤਾ ਅੱਗੇ ਕਹਿੰਦੇ ਆ, ਜਿਨ੍ਹਾਂ ਗੁਰਬਾਣੀ ਮਨ ਭਾਈਆ, ਅੰਮ੍ਰਿਤ ਛਕ ਛਕੇ। ਹੁਣ ਵਾਹਿਗੁਰੂ ਗੁਰੂ ਪਿਤਾ ਸਮਝਾਉਂਦੇ ਵੀ ਇਹ ਜਿਹੜਾ ਨਾਮ ਰੂਪੀ ਅੰਮ੍ਰਿਤ ਆ ਨਾ, ਇਹਦੀ ਪ੍ਰਾਪਤੀ ਕਹਿੰਦੇ ਉਹਨੂੰ ਹੀ ਹੁੰਦੀ ਆ ਜਿਹਦੇ ਮਨ ਵਿੱਚ, ਜਿੱਦਾਂ ਜਿਹਦੇ ਮਨ ਨੂੰ ਗੁਰੂ ਪਿਤਾ ਦੇ ਬੋਲ, ਹੈ ਨਾ, ਗੁਰੂ ਪਿਤਾ ਦੇ ਬਚਨ, ਗੁਰੂ ਪਿਤਾ ਦੇ ਹੁਕਮ, ਗੁਰੂ ਪਿਤਾ ਦੀ ਬਾਣੀ ਜਿਹਦੇ ਮਨ ਨੂੰ ਭਾ ਜਾਂਦੀ ਆ। ਹੁਣ ਪਾਉਣਾ ਮਤਲਬ ਇਹ ਆ ਕਿ ਇੰਨਾ ਪਿਆਰਾ ਲੱਗਣਾ ਨਾ ਕਿ ਉਹਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ। ਜਿੱਦਾਂ ਅਸੀਂ ਕਈ ਵਾਰੀ ਕਹਿੰਦੇ ਕਿ ਹਾਏ ਮੈਨੂੰ ਤੇ ਆਹ ਚੀਜ਼ ਭਾ ਹੀ ਗਈ ਆ, ਵੀ ਸਭ ਤੋਂ ਪਿਆਰੀ। ਹੁਣ ਫਿਰ ਇੱਥੇ ਕੋਈ ਸ਼ੰਕਾ ਨਹੀਂ ਰਹਿੰਦਾ, ਕੋਈ ਦੁਬਿਧਾ ਨਹੀਂ ਰਹਿੰਦੀ, ਕਿਸੇ ਨੂੰ ਕੁਛ ਪੁੱਛਣ ਦੀ ਲੋੜ ਨਹੀਂ। ਬਸ ਗੁਰਬਾਣੀ ਨਾਲ, ਵਾਹਿਗੁਰੂ ਜੀ ਦੇ ਬਚਨਾਂ ਨਾਲ ਇੰਨਾ ਪ੍ਰੇਮ ਹੋ ਜਾਂਦਾ ਆ ਵੀ ਫਿਰ ਐਸੇ ਜਿਹੜੇ ਗੁਰਮੁਖ ਆ ਨਾ, ਫਿਰ ਉਹ ਮਤਲਬ ਉਹਨਾਂ ਦਾ ਆਪਾ ਭਾਵ ਤੇ ਖਤਮ ਹੋ ਹੀ ਜਾਂਦਾ, ਹੈ ਨਾ। ਪੂਰਨ ਸਮਰਪਣ ਦੀ ਖੇਡ 'ਚ ਚੱਲ ਜਾਂਦੇ ਆ। ਫਿਰ ਉਹ ਐਸੇ ਜਿਹੜੇ ਗੁਰਮੁਖ ਨੇ, ਉਹ ਫਿਰ ਰੱਜ ਰੱਜ ਕੇ ਅੰਮ੍ਰਿਤ ਰਸ ਛਕਦੇ ਨੇ, ਹੈ ਨਾ। ਫਿਰ ਉਹ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ। ਹੁਣ ਐਸੇ ਪਿਆਰੇ ਫਿਰ ਰੱਜ ਰੱਜ ਕੇ ਅੰਮ੍ਰਿਤ ਰਸ ਛਕਦੇ ਆ। ਹੁਣ ਜਦੋਂ ਇਹਨਾਂ ਨੇ ਅੰਮ੍ਰਿਤ ਉਹ ਜਿਹੜਾ ਛਕ ਲਿਆ, ਹੈ ਨਾ, ਵੀ ਉਸਨੂੰ ਪੁੰਚਿਆ ਕਹਿ ਲਓ, ਹੈ ਨਾ, ਤੇ ਹੁਣ ਇਹ ਅੰਮ੍ਰਿਤ ਜਿਹੜਾ ਆ, ਬਾਣੀ ਜਿਹੜੀ ਆ, ਸਾਡੇ ਅੰਤਰ ਆਤਮੇ ਜਾਂਦੀ, ਅੰਦਰ ਜਾਂਦੀ। ਹੁਣ ਜਿੱਧਰ ਜਿੱਧਰ ਇਹ ਅੰਮ੍ਰਿਤ ਸੰਚਾਰ ਹੁੰਦਾ, ਉੱਧਰ ਉੱਧਰ ਸਾਡੀਆਂ ਵਾਸ਼ਨਾ, ਸਾਡੇ ਔਗਣ ਖਤਮ ਹੁੰਦੇ ਨੇ। ਹੁਣ ਸਭ ਤੋਂ ਪਹਿਲਾਂ ਦੇਹੀ ਭਿੱਜੀ, ਫਿਰ ਸਾਡਾ ਸੁਰਤ ਭਿੱਜਦੀ ਆ, ਹੈ ਨਾ। ਉਸ ਬਾਣੀ ਦੀ ਜਿਹੜੀ ਕਹਿ ਲਓ ਕਿ ਝਰਨਾਟ ਰੋਮ ਰੋਮ ਵਿੱਚ ਛਿੜਦੀ ਆ। ਫਿਰ ਇਹ ਰਸ ਜਿਹੜਾ ਹੀ ਅੰਦਰ ਗਿਆ, ਹੈ ਨਾ, ਇਹਨੇ ਮਨ ਨੂੰ ਸਿੰਜਿਆ, ਹੈ ਨਾ। ਹੁਣ ਜਿਹੜੇ ਅੰਦਰਲੇ ਵਿਚਾਰ ਹੀ ਉਹ ਵੀ ਬਦਲ ਜਾਂਦੇ। ਫਿਰ ਜਦੋਂ ਹੁਣ ਬਾਣੀ ਤੁਹਾਡੇ ਅੰਦਰ ਜਾਂਦੀ ਆ, ਗੁਰੂ ਦੇ ਬਚਨ ਜਾਂਦੇ ਆ, ਫਿਰ ਤੁਸੀਂ ਹਮੇਸ਼ਾ ਹੀ ਮਨ ਰਾਮ ਕਸਵੱਟੀ ਲਾਇਆ, ਹੈ ਨਾ। ਹਮੇਸ਼ਾ ਹੀ ਉਹਨੂੰ ਵਾਹਿਗੁਰੂ ਜੀ ਦੀ ਕਸਵੱਟੀ 'ਤੇ ਲਾਉਂਦਾ ਮਨ, ਵੀ ਮੈਂ ਕਿੱਥੇ ਖੜਾ, ਹੈ ਨਾ। ਫਿਰ ਉਹਦੇ ਅੰਦਰਲੇ ਵਿਚਾਰ ਜਿਹੜੇ ਆ, ਵਾਹਿਗੁਰੂ ਜੀ ਦੇ ਗੁਣਾਂ ਨੂੰ ਦੇ ਦਰਸ਼ਨ ਕਰ ਕਰਕੇ ਉਹਦੇ ਮਨ ਦੇ ਅੰਦਰਲੇ ਵਿਚਾਰ ਜਿਹੜੇ ਆ, ਬਾਣੀ ਅਨੁਸਾਰ ਜਿਹੜੇ ਬਦਲ ਜਾਂਦੇ ਆ। ਹੁਣ ਜਦੋਂ ਮਨ ਦੇ ਵਿਚਾਰ ਬਦਲ ਜਾਂਦੇ ਆ, ਤੇ ਫਿਰ ਉਹਦਾ ਬਿਹੇਵੀਅਰ ਜਿਹੜਾ ਵਾ ਉਹ ਵੀ ਬਦਲ ਜਾਂਦਾ। ਉਹਦੇ ਜਿਹੜੇ ਅੰਦਰਲੇ ਵਿਚਾਰ ਆ, ਉਹ ਬਾਹਰ ਪ੍ਰਗਟ ਹੁੰਦੇ ਹੀ ਹੁੰਦੇ ਆ ਹਰ ਇੱਕ ਦੇ। ਜਿੱਦਾਂ ਮੰਨ ਲਓ ਹੁਣ ਸਾਡੇ ਅੰਦਰ ਮੰਨ ਲਓ ਕਿਤੇ ਜਿੱਦਾਂ ਕਿਸੇ ਵਾਸਤੇ ਈਰਖਾ ਹੋਵੇ, ਕ੍ਰੋਧ ਹੋਵੇ, ਤਾਂ ਸਾਡਾ ਬੋਲ ਜਿਹੜਾ ਕੌੜਾ ਹੋ ਹੀ ਜਾਂਦਾ, ਜੀਭ ਤੇ ਸਾਡੀ ਤੇ ਰਸਨਾ ਤੇ ਆ ਜਾਂਦਾ। ਸੋ ਪਤਾ ਲੱਗ ਜਾਂਦਾ ਹਰ ਇੱਕ ਨੂੰ ਵੀ ਸਾਡੇ ਅੰਦਰ ਕੀ ਚੱਲ ਰਿਹਾ। ਸੋ ਇਸ ਤਰ੍ਹਾਂ ਜਦੋਂ ਜਿਹੜਾ ਸਾਡਾ ਮਨ ਆ, ਉਹ ਬਾਣੀ ਦੇ ਅਨੁਸਾਰ ਜਿੱਦਾਂ ਕਹਿ ਲਓ ਉਹ ਸਿੰਜਿਆ ਜਾਂਦਾ, ਤੇ ਮਨ ਬਦਲ ਜਾਂਦਾ, ਅੰਦਰਲੇ ਵਿਚਾਰ ਬਦਲ ਜਾਂਦੇ, ਤੇ ਫਿਰ ਉਹ ਸਾਡੇ ਬਾਹਰਲੇ ਕਰਮਾਂ ਵਿੱਚ ਝਲਕ ਪੈਂਦੇ। ਹੁਣ ਜਿਹਦੇ ਅੰਦਰ ਅੰਮ੍ਰਿਤ ਆ, ਉਹਦੇ ਫਿਰ ਕਰਮ ਵੀ ਜਿਹੜੇ ਆ ਅੰਮ੍ਰਿਤ ਵਾਂਗ ਸੱਚੇ ਹੋ ਜਾਂਦੇ ਆ। ਐਸੇ ਕਰਮ ਹੋ ਜਾਂਦੇ ਆ ਵੀ ਮਤਲਬ ਉਹ ਬਸ ਹੁਣ ਬਸ ਕਹਿ ਲਓ ਕਿ ਹਰ ਇੱਕ ਨੂੰ ਪਤਾ ਚੱਲ ਜਾਂਦਾ, ਹੈ ਨਾ,
ਹੁਣ ਇਹ ਜਿਹੜੇ ਗੁਰਮੁਖਾਂ ਦੀ ਗੱਲ ਹੋ ਰਹੀ ਹੈ ਨਾ, ਇਹਨਾਂ ਨੇ ਸਿਰਫ ਇੱਦਾਂ ਨਹੀਂ ਸਾਡੇ ਵਾਂਗੂ ਵੀ ਬਾਣੀ ਪੜ੍ਹੀ ਸੁਣੀ ਹੈ ਨਾ, ਪਰ ਬਚਨ ਨਹੀਂ ਕਮਾਏ, ਵਿਚਾਰਾਂ ਕੀਤੀਆਂ ਪਰ ਬਚਨ ਕਮਾਏ ਨਹੀਂ। ਹੁਣ ਇਹ ਐਸੇ ਗੁਰਮੁਖ ਦੀ ਖੇਡ ਆ ਜਿਨਨੇ ਵੀ ਕੇਵਲ ਜਿਹਦੇ ਉੱਤੇ ਛਿੱਟੇ ਨਹੀਂ ਪਏ, ਇਹਨਾਂ ਨੇ ਉਸ ਅੰਮ੍ਰਿਤ ਰਸ ਨੂੰ ਛਕ ਲਿਆ ਆ। ਉਹਨਾਂ ਦੇ ਰੋਮ ਰੋਮ ਵਿੱਚ ਇਹ ਅੰਮ੍ਰਿਤ ਜਿਹੜਾ ਉਹ ਚਲਾ ਗਿਆ ਆ, ਉਹਦੀ ਜਿਹੜਾ ਉਹਨੂੰ ਇਹਨਾਂ ਨੇ ਗ੍ਰਹਿਣ ਕਰ ਲਿਆ ਵਾ। ਉਹਨਾਂ ਦੀਆਂ ਅੱਖਾਂ ਵਿੱਚ ਅੰਮ੍ਰਿਤ ਆ। ਸੋ ਹਰ ਪਾਸੇ ਜਿੱਧਰ ਉਹ ਦੇਖਦੇ ਆ ਹੈ ਨਾ, ਉਹਨਾਂ ਨੂੰ ਵਾਹਿਗੁਰੂ ਜੀ ਰਮੇ ਹੋਏ ਨਜ਼ਰ ਆਉਂਦੇ ਆ। ਉਹਨਾਂ ਦੀ ਰਸਨਾ ਜਿਹੜੀ ਆ ਉਹਦੇ 'ਤੇ ਹੁਣ ਅੰਮ੍ਰਿਤ ਆ। ਹੁਣ ਉਹ ਕੌੜਾ ਬੋਲਣਾ ਨਹੀਂ ਜਾਣਦੀ ਹੈਗੀ, ਕਿਉਂਕਿ ਉਹਨੂੰ ਪਤਾ ਵਾ ਵੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹਨੇ ਉਹ ਬਾਣੀ ਦੇ ਬਚਨ ਜਿਹੜੇ ਕਮਾਏ ਹੈ ਨਾ, ਵੀ ਜੇ ਮੇਰੇ ਵਾਹਿਗੁਰੂ ਜੀ ਮਿੱਠ ਬੋਲੜੇ ਆ, ਅਤੇ ਫਿਰ ਮੈਂ ਵੀ ਵਾਹਿਗੁਰੂ ਜੀ ਦਾ ਬੱਚਾ ਆ। ਅਤੇ ਫਿਰ ਉਹ ਮਤਲਬ ਆਪਣੇ ਆਪ ਹੀ ਜਿਹੜਾ ਵਾ ਗੁਣ ਜਿਹੜੇ ਵਾਹਿਗੁਰੂ ਜੀ ਵਾਲੇ ਆਉਣੇ ਸ਼ੁਰੂ ਹੋ ਜਾਂਦੇ ਆ। ਹੁਣ ਸੁਰਤ ਵਿੱਚ ਮਨ ਵਿੱਚ ਉਹ ਅੰਮ੍ਰਿਤ ਆ, ਵਾਹਿਗੁਰੂ ਜੀ ਦੀ ਬਾਣੀ ਆ ਨਾ, ਅਤੇ ਹੁਣ ਉਹ ਹਰ ਵੇਲੇ ਕਰਮਾਂ ਦੇ ਵਿੱਚੋਂ ਝਲਕਦਾ ਆ। ਹੁਣ ਉਹ ਹਰ ਕਰਮ ਗੁਰੂ ਪਿਤਾ ਦੇ ਪ੍ਰੇਮ ਵਿੱਚ ਹੁਕਮ ਵਿੱਚ ਕਰਦਾ ਹੈ। ਅਤੇ ਐਸੇ ਜਿਹੜੇ ਗੁਰਮੁਖ ਹੁੰਦੇ, ਉਹਨਾਂ ਨੂੰ ਫਿਰ ਕੋਈ, ਜਿੱਦਾਂ ਆਪਾਂ ਪਿੱਛੇ ਵੀ ਵਾਹਿਗੁਰੂ ਜੀ ਨੇ ਸਮਝਾਇਆ ਵੀ ਕੋਈ ਮੰਗ ਨਹੀਂ ਰਹਿੰਦੀ, ਉਹਨਾਂ ਦਾ ਆਪਾ ਭਾਵ ਮਿਟ ਜਾਂਦਾ ਹੈ ਨਾ। ਹੁਣ ਉਹ ਗੁਰਮੁਖ ਜਿਹੜੇ ਆ, ਉਹਨਾਂ ਤੋਂ ਫਿਰ ਜਿਹੜਾ ਵੀ ਕਾਰਜ ਹੁੰਦਾ ਵਾ ਉਹਦੇ 'ਚ ਉਹਨਾਂ ਨੂੰ ਵਾਪਸ ਕੁਛ ਨਹੀਂ ਚਾਹੀਦਾ। ਉਹਨਾਂ ਨੂੰ ਬਸ ਉਹ ਸੇਵਾ ਹੀ ਕਰਦੇ ਨੇ, ਅਤੇ ਜੋ ਉਹਨਾਂ ਨੂੰ ਵਾਪਸ ਮਿਲਦਾ ਉਹਨੂੰ ਗੁਰੂ ਪਿਤਾ ਦਾ ਭਾਣਾ ਮੰਨਦੇ ਆ। ਗੁਰ ਤੁਠੈ ਹਰ ਪਾਇਆ, ਚੂਕੇ ਧੱਕ ਧੱਕੇ। ਹੁਣ ਜਿਹੜੇ ਐਸੇ ਗੁਰਮੁਖ ਆ ਨਾ, ਜਿਨ੍ਹਾਂ ਨੂੰ ਗੁਰਬਾਣੀ ਜਿਹੜੀ ਉਹ ਭਾ ਗਈ ਆ ਹੈ ਨਾ, ਜਿਨ੍ਹਾਂ ਦਾ ਜੀਵਨ ਮਤਲਬ ਪਹਿਲ 'ਤੇ ਕਹਿ ਲਓ ਕਿ ਉਹਨਾਂ ਨੂੰ ਗੁਰੂ ਆ ਹੈ ਨਾ, ਬਾਕੀ ਸਭ ਚੀਜ਼ਾਂ ਸੈਕੰਡਰੀ ਆ। ਉਹਨਾਂ ਦੇ ਹੁਣ ਰੋਮ ਰੋਮ ਵਿੱਚ ਹੈ ਨਾ ਅੰਮ੍ਰਿਤ ਆ। ਜੀਵਨ ਦੇ ਹਰੇਕ ਕਾਰਜ ਵਿੱਚ ਉਹ ਸੱਚਾ ਆ ਹੈ ਨਾ, ਗੁਰੂ ਪਿਤਾ ਦਾ ਹੁਕਮ ਆ, ਭਾਣਾ ਆ, ਪ੍ਰੇਮ ਆ। ਫਿਰ ਐਸੇ ਜਿਹੜੇ ਗੁਰਮੁਖ ਆ ਨਾ, ਫਿਰ ਉਹਨਾਂ 'ਤੇ ਸਤਿਗੁਰੂ ਜੀ ਟੁੱਟ ਪੈਂਦੇ। ਪਰ ਫਿਰ ਵਾਹਿਗੁਰੂ ਜੀ ਤੁਸੀਂ ਤਾਂ ਸਦਾ ਹੀ ਦਿਆਲੂ ਜੇ ਹੈ ਨਾ, ਸਭ ਨੂੰ ਬਖਸ਼ਦੇ ਅਤੇ ਦੇ ਹੀ ਤੁਰੇ ਜਾਂਦੇ ਜੀ। ਅਤੇ ਫਿਰ ਵਾਹਿਗੁਰੂ ਜੀ ਵਾਸਤੇ ਤਾਂ ਸਾਰੇ ਬਰਾਬਰ ਹੋਏ ਨਾ, ਭਾਵੇਂ ਐਸੇ ਗੁਰਮੁਖ ਨੇ ਜਾਂ ਸਾਡੇ ਵਰਗੇ ਆ। ਅਤੇ ਫਿਰ ਗੁਰੂ ਪਿਤਾ ਸਮਝਾਉਂਦੇ ਵੀ ਜਿੱਦਾਂ ਹੁਣ ਮਾਤਾ ਪਿਤਾ ਜੀ ਨੂੰ ਸਾਰੇ ਬੱਚੇ ਬਰਾਬਰ ਨੇ, ਪਰ ਕਈ ਵਾਰੀ ਇਹ ਹੁੰਦਾ ਕਿ ਕੋਈ ਬੱਚਾ ਇੱਕ ਤੁਹਾਡਾ ਜਿਹੜਾ ਉਹ ਇੰਨਾ ਪਿਆਰਾ ਕਾਰਜ ਕਰਦਾ ਹੈ ਨਾ, ਵੀ ਉਹ ਤੁਹਾਨੂੰ ਮੋਹ ਲੈਂਦਾ, ਅਤੇ ਤੁਸੀਂ ਭੱਜ ਕੇ ਉਹਨੂੰ ਗੱਲ ਨਾਲ ਲਾ ਲੈਂਦੇ। ਉਸੇ ਤਰ੍ਹਾਂ ਹੀ ਜਦੋਂ ਵਾਹਿਗੁਰੂ ਜੀ ਵੇਖਦੇ ਨਾ ਵੀ ਇਹ ਗੁਰਮੁਖ ਦਾ ਹਿਰਦਾ ਕਿੰਨਾ ਪਵਿੱਤਰ ਹੋ ਗਿਆ ਨਾ, ਅਤੇ ਇਹ ਉਸਤਤ ਨਿੰਦਿਆ ਵੈਰ ਵਿਰੋਧ ਦੁੱਖ ਸੁੱਖ ਕਾਮ ਕ੍ਰੋਧ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਉੱਪਰ ਉੱਠ ਗਿਆ ਆ। ਇਹਨੂੰ ਹਰੇਕ ਵਿੱਚ ਹੁਣ ਵਾਹਿਗੁਰੂ ਜੀ ਰਮੇ ਹੋਏ ਨਜ਼ਰ ਆਉਂਦੇ ਆ ਹੈ ਨਾ, ਅਤੇ ਇਹ ਸਾਰੀ ਕਹਿ ਲਓ ਕਿ ਵਾਹਿਗੁਰੂ ਜੀ ਦੀ ਕੁਦਰਤ ਦੀ ਸੇਵਾ ਕਰਦਾ ਆ ਹੈ ਨਾ। ਜਦੋਂ ਇਸ ਤਰ੍ਹਾਂ ਦੇ ਗੁਣ ਵਾਹਿਗੁਰੂ ਜੀ ਦੇਖਦੇ ਆ ਹੈ ਨਾ, ਅਤੇ ਫਿਰ ਉਹ ਤਰੁੱਠ ਪੈਂਦੇ ਆ। ਤਰੁੱਠ ਪੈਂਦੇ ਭਾਵ ਇੰਨੇ ਕਹਿ ਲਓ ਕਿ ਖੁਸ਼ ਹੋ ਜਾਂਦੇ, ਨਿਹਾਲ ਹੀ ਹੋ ਜਾਂਦੇ ਆ। ਹੁਣ ਜਦੋਂ ਗੁਰੂ ਪਿਤਾ 10 ਜਾਮਿਆਂ 'ਚ ਵੀ ਵਰਤਦੇ ਸੀ, ਤਾਂ ਆਪਾਂ ਦੇਖਿਆ ਵੀ ਕਈ ਗੁਰਸਿੱਖ ਜਿਹੜੇ ਗੁਰੂ ਪਿਤਾ ਨੂੰ ਮੋਹ ਲੈਂਦੇ ਸੀ, ਪ੍ਰੇਮ ਦੀਆਂ ਕਹਿ ਲਓ ਕਿ ਡੋਰੀਆਂ ਪਾ ਕੇ ਵੀ ਗੁਰੂ ਪਿਤਾ ਬੱਝੇ ਹੀ ਚਲ ਜਾਂਦੇ ਸੀ। ਹੁਣ ਇੱਥੇ ਉਹ ਖੇਡ ਆ ਕਿ ਹਾਂ ਉਹਦੇ ਪ੍ਰੇਮ ਨੇ, ਉਹਦੇ ਗੁਣਾਂ ਨੇ ਵਾਹਿਗੁਰੂ ਜੀ ਨੂੰ ਮੋਹ ਲਿਆ ਹੈ ਨਾ। ਅਤੇ ਫਿਰ ਜਦੋਂ ਗੁਰੂ ਪਿਤਾ ਤਰੁੱਠ ਜਾਂਦੇ ਆ ਅਤੇ ਹਾਰ ਪਾਇਆ, ਫਿਰ ਉਹ ਗੁਰੂ ਪਿਤਾ ਜਿਹੜੇ ਆ ਉਹਨੂੰ ਉਸ ਗੁਰਮੁਖ ਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਆ, ਭਾਵ ਆਪਣੇ ਆਪ ਵਿੱਚ ਹੀ ਸਮਾ ਲੈਂਦੇ ਆ। ਹੁਣ ਵਾਹਿਗੁਰੂ ਜੀ ਅਤੇ ਉਹ ਗੁਰਮੁਖ ਜਿਹੜੇ ਆ ਉਹ ਫਿਰ ਇੱਕ ਰੰਗ ਹੋ ਜਾਂਦੇ ਆ। ਹੁਣ ਫਿਰ ਜਿਹੜਾ ਗੁਰੂ ਪਿਤਾ ਦੀ ਗੋਦ ਵਿੱਚ ਕਹਿ ਲਓ, ਜਾਂ ਗੁਰੂ ਪਿਤਾ ਦੇ ਵਿੱਚ ਇੱਕਮਿਕ ਹੋ ਗਿਆ ਉਸ ਹਰੀ ਵਾਹਿਗੁਰੂ ਜੀ ਦੇ ਵਿੱਚ, ਫਿਰ ਉਹਦੇ ਲੋਕ ਅਤੇ ਪਰਲੋਕ ਦੇ ਧੱਕੇ ਥੋੜ੍ਹੀ ਰਹਿਣਗੇ। ਹੁਣ ਧੱਕੇ ਕਿਹੜੇ ਆ ਸਾਨੂੰ, ਜਿੱਦਾਂ ਆਮ ਹੈ ਨਾ, ਜਦੋਂ ਅਸੀਂ ਵਾਹਿਗੁਰੂ ਜੀ ਦਾ ਹੁਕਮ ਨਹੀਂ ਪਛਾਣਦੇ ਹਾਂ, ਅਤੇ ਅਸੀਂ ਦਰ ਕੇ ਸੁੱਖਾਂ ਦੀ ਤਲਾਸ਼ ਵਿੱਚ ਭਟਕਦੇ ਫਿਰਦੇ ਹਾਂ, ਫਿਰ ਧੱਕੇ ਹੀ ਖਾਂਦੇ ਹਾਂ, ਕੋਈ ਕਹਿ ਲਓ ਵੀ ਪ੍ਰਾਪਤੀ ਨਹੀਂ ਹੁੰਦੀ ਹੈ ਨਾ। ਅਤੇ ਮਨ ਅਤੇ ਤਨ ਕਰਕੇ ਅਸੀਂ ਕਈ ਤਰ੍ਹਾਂ ਦੇ ਧੱਕੇ ਖਾਂਦੇ ਹਾਂ। ਵਾਸ਼ਨਾਵਾਂ ਰੂਪੀ ਧੱਕੇ ਆ, ਚਿੰਤਾ ਆ, ਰੋਗ ਆ, ਕਈ ਤਰ੍ਹਾਂ ਦੇ ਦੁੱਖ ਆ ਹੈ ਨਾ। ਫਿਰ ਮਾਇਆ ਇਕੱਠੀ ਕਰਦੇ ਹਾਂ, ਇੰਨੀ ਦੌੜ ਭੱਜ ਕਰਦੇ ਹਾਂ ਹੈ ਨਾ, ਉਹ ਵੀ ਕਹਿ ਲਓ ਅਸੀਂ ਧੱਕੇ ਹੀ ਖਾਂਦੇ ਫਿਰਦੇ ਹਾਂ। ਕਿੱਥੋਂ ਅਸੀਂ ਇੰਡੀਆ ਤੋਂ ਆਏ, ਇਹਨਾਂ ਬਾਹਰਲੇ ਦੇਸ਼ਾਂ ਵਿੱਚ ਮੇਬੀ ਮਾਇਆ ਕਰਕੇ ਹੀ ਆਏ ਹਾਂ ਅਸੀਂ ਸਾਰੇ, ਜੇ ਸੱਚ ਹੈ ਅਤੇ ਉਹ ਵੀ ਅਸੀਂ ਕਹਿ ਲਓ ਧੱਕੇ ਹੀ ਖਾ ਰਹੇ ਹਾਂ ਨਾ। ਆਪਣਾ ਜਿਹੜਾ ਜੀਵਨ ਸੀਗਾ ਉਹਨੂੰ
ਹੁਣ ਇੱਥੇ ਪਹਿਲਾਂ ਇੰਡੀਆ ਸੈੱਟ ਹੋਣ 'ਤੇ ਲਗਾਇਆ, ਹੁਣ ਇੱਥੇ ਹੈ ਨਾ ਵੀ ਅਸੀਂ ਸੈਟਿੰਗ ਕਰਦਿਆਂ ਨੇ ਕਹਿ ਲਓ ਚੱਲ ਜਾਣਾ, ਪਰ ਅਸੀਂ ਉਹ ਜਿਹੜੀ ਜੀਵਨ ਦੀ ਖੇਡ ਸੀ ਉਹਨੂੰ ਇਹਨਾਂ ਧੱਕਿਆਂ ਦੇ ਵਿੱਚ ਗਵਾ ਰਹੇ ਹਾਂ ਨਾ। ਸੋ ਅਣਗਿਣਤ ਧੱਕੇ ਨੇ ਵੀ ਜਿਹੜੇ ਅਸੀਂ ਵਿਚਾਰ ਕਰ ਹੀ ਨਹੀਂ ਸਕਦੇ ਹੈ ਨਾ। ਪਰ ਜਦੋਂ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨਾਲ ਇਹ ਮਨ ਜਿਹੜਾ ਰੰਗਿਆ ਜਾਂਦਾ ਨਾ, ਫਿਰ ਗੁਰੂ ਪਿਤਾ ਤਰੁੱਠ ਕੇ ਕਿਰਪਾ ਕਰਦੇ ਅਤੇ ਸਾਰੇ ਧੱਕੇ ਜਿਹੜੇ ਸੱਚਮੁੱਚ ਹੀ ਮੁੱਕ ਜਾਂਦੇ, ਅਤੇ ਮਨ ਜਿਹੜਾ ਉਹ ਸਾਡਾ ਥਿਰ ਹੋ ਜਾਂਦਾ। ਹੁਣ ਉਹ ਭਟਕਦਾ ਨਹੀਂ। ਫਿਰ ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਹੁਣ ਇਹ ਨਹੀਂ ਵੀ ਵਾਹਿਗੁਰੂ, ਹੁਣ ਗੁਰੂ ਪਿਤਾ ਸਮਝਾਉਂਦੇ ਵੀ ਇਹ ਨਹੀਂ ਵੀ ਦੁੱਖ ਨਹੀਂ ਆਉਣਗੇ, ਦੁੱਖ ਤਾਂ ਆਉਂਦੇ ਹੀ ਨੇ ਹੈ ਨਾ, ਦੁੱਖ ਸੁੱਖ ਆਉਂਦੇ ਨੇ, ਪਰ ਉਹ ਗੁਰਮੁਖ ਜਿਹੜੇ ਇਸ ਤਰ੍ਹਾਂ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਰੰਗੇ ਗਏ ਆ, ਉਹਨਾਂ ਨੂੰ ਹੁਣ ਦੁੱਖ ਸੁੱਖ, ਧੁੱਪ ਛਾਂ, ਖੁਸ਼ੀ ਗਮੀ, ਉਸਤਤ ਨਿੰਦਿਆ ਸਭ ਇੱਕ ਸਮਾਨ ਆ। ਐਸੇ ਫਿਰ ਜਿਹੜੇ ਇਸ ਤਰ੍ਹਾਂ ਦੇ ਗੁਰਮੁਖ ਆ, ਉਹ ਫਿਰ ਦੁੱਖ ਸੁੱਖ ਤੋਂ ਬਹੁਤ ਉੱਪਰ ਉੱਠ ਜਾਂਦੇ ਆ, ਕਿਉਂਕਿ ਹਰ ਵੇਲੇ ਉਹਨਾਂ ਦੀ ਜਿਹੜੀ ਸੁਰਤ ਆ ਜਾਂ ਪ੍ਰੀਤ ਆ, ਉਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅੰਤਰਾਤਮਾ ਜੁੜੀ ਰਹਿੰਦੀ ਆ। ਸੋ ਉਹਨਾਂ ਨੂੰ ਹੁਣ ਦੁੱਖ ਸੁੱਖ ਜਿਹੜੇ ਸਰੀਰ 'ਤੇ ਵਿਆਪਦੇ ਨੇ, ਪਰ ਉਹਨਾਂ ਦੇ ਮਨ ਦੇ ਆਨੰਦ ਨੂੰ ਕਹਿ ਲਓ ਵੀ ਉਹ ਛੂਹ ਵੀ ਨਹੀਂ ਸਕਦੇ। ਜਿੱਦਾਂ ਹੁਣ ਇਹ ਅਵਸਥਾ ਹਮੇਸ਼ਾ ਹੀ ਖਾਲਸਾ ਜੀ ਨੇ ਸਮਝਾਇਆ ਵੀ ਹੁਣ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਮਨੀ ਸਿੰਘ ਜੀ, ਸਾਰੇ ਜਿੰਨੇ ਵੀ ਸ਼ਹੀਦ ਆ ਗੁਰੂ ਸਾਹਿਬ ਆ ਹੈ ਨਾ, ਇਹਨਾਂ ਦੇ ਕਿਤੇ ਉਹਨਾਂ ਨੂੰ ਸਰੀਰਾਂ ਨੂੰ ਜੋ ਮਰਜ਼ੀ ਉਹਨਾਂ ਨੇ ਕੀਤਾ, ਪਰ ਇਹਨਾਂ ਦੇ ਮਨ ਦੇ ਆਨੰਦ ਨੂੰ ਜਿਹੜਾ ਜਿਸ ਤਰ੍ਹਾਂ ਦਾ ਜਿਹੜੇ ਆਨੰਦ 'ਚੋਂ ਪਹਿਲਾਂ ਹੀ ਉਹ ਆਰਾ ਚੱਲਦਿਆਂ ਵੀ ਉਸੇ ਆਨੰਦ 'ਚ ਸੀਗੇ। ਸੋ ਉਹਨਾਂ ਦੇ ਆਨੰਦ ਨੂੰ ਉਹ ਨਹੀਂ ਖਤਮ ਕਰ ਸਕੇ। ਹਰ ਜਨ ਹਰ ਹਰ ਹੋਇਆ, ਨਾਨਕ ਹਰ ਏਕੇ। ਹੁਣ ਵਾਹਿਗੁਰੂ ਜੀ ਕਿਰਪਾ ਕਰਦੇ ਅਤੇ ਸਮਝਾਉਂਦੇ ਵੀ ਜਿਹੜਾ ਵਾਹਿਗੁਰੂ ਜੀ ਦਾ ਦਾਸ ਹੈ ਨਾ, ਉਹਦੇ ਅੰਦਰ ਕਹਿ ਲਓ ਵੀ ਇਹ ਜਦੋਂ ਅੰਮ੍ਰਿਤ ਜਿਹੜਾ ਵਾਹਿਗੁਰੂ ਜੀ ਨੇ ਸਿੰਜ ਦਿੱਤਾ ਹੈ ਨਾ, ਅਤੇ ਹੁਣ ਉਹਦੀ ਦੇਹੀ, ਉਹਦਾ ਸਰੀਰ, ਉਹਦਾ ਹਿਰਦਾ ਵੀ ਅੰਮ੍ਰਿਤ ਹੋ ਗਏ, ਅਤੇ ਹੁਣ ਉਹ ਅਤੇ ਵਾਹਿਗੁਰੂ ਜੀ ਜਿਹੜੇ ਇੱਕ ਰੂਪ ਹੋ ਗਏ। ਵਾਹਿਗੁਰੂ ਜੀ ਦਾ ਪਿਆਰਾ ਜਿਹੜਾ ਵਾਹਿਗੁਰੂ ਜੀ ਵਿੱਚ ਹੀ ਸਮਾ ਗਿਆ। ਨਾਨਕ ਹਰ ਏਕੇ, ਬਸ ਉਸੇ ਇੱਕ ਵਿੱਚ ਭੇਦ ਹੋ ਗਿਆ ਜਿਹਦੇ ਤੋਂ ਵਿਛੜਿਆ ਸੀ। ਹੁਣ ਉਹਨੇ ਆਪਣੀ ਹੋਂਦ ਜਿਹੜੀ ਵੱਖਰੀ ਨਹੀਂ ਬਣਾਈ, ਸਗੋਂ ਆਪਾ ਭਾਵ ਮਿਟਾ ਕੇ ਉਸੇ ਵਾਹਿਗੁਰੂ ਜੀ ਵਿੱਚ ਭੇਦ ਹੋ ਗਿਆ। ਸੋ ਇਸ ਪੂਰੇ ਸੰਤ ਦੇ ਵਿੱਚ ਵਾਹਿਗੁਰੂ ਜੀ ਤਰਸ ਕਰਕੇ ਸਮਝਾਉਂਦੇ ਰਮਜ਼ਾਂ ਵੀ ਜਿਨ੍ਹਾਂ ਦੀ ਕਮਾਈ ਜੇ ਅਸੀਂ ਕਿਤੇ ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਕੋਲੋਂ ਕਰਵਾ ਲੈਣ, ਅਤੇ ਫਿਰ ਅਸੀਂ ਵਾਪਸ ਉਸ ਵਾਹਿਗੁਰੂ ਜੀ ਵਿੱਚ ਵਾਪਸ ਮਿਲ ਸਕਦੇ ਜਿਹਦੇ 'ਚ ਅਸੀਂ ਜਨਮਾਂ ਤੋਂ ਵਿਛੜੇ ਹੋਏ ਹਾਂ ਜਿਨ੍ਹਾਂ ਨਾਲੋਂ। ਹੁਣ ਵਾਹਿਗੁਰੂ ਜੀ ਕਹਿੰਦੇ ਵੀ ਗੁਰੂ ਪਿਤਾ ਸਮਝਾਉਂਦੇ ਆ ਵੀ ਬਾਣੀ ਰੂਪ ਵਾਹਿਗੁਰੂ ਜੀ ਸਾਡੇ ਵਿੱਚ ਬੈਠੇ ਆ ਨਾ, ਜਿਨ੍ਹਾਂ ਦੇ ਇੱਕ ਇੱਕ ਬੋਲ, ਇੱਕ ਇੱਕ ਕਹਿ ਲਓ ਕਿ ਸ਼ਬਦ ਦੇ ਵਿੱਚ ਕਹਿ ਲਓ ਵੀ ਅੰਮ੍ਰਿਤ ਆ ਹੈ ਨਾ। ਪਰ ਹੁਣ ਉਹਨੂੰ ਛਕੇਗਾ ਕਿਹੜਾ? ਜਿਹੜਾ ਗੁਰੂ ਬਾਣੀ ਦੇ ਜਾ ਕੇ ਦਰਸ਼ਨ ਕਰੇਗਾ, ਬੈਠੇਗਾ, ਅੱਖਾਂ ਨਾਲ ਦਰਸ਼ਨ ਕਰੇਗਾ, ਜੀਹਵਾ ਨਾਲ ਗਾਏਗਾ, ਕੰਨਾਂ ਨਾਲ ਸੁਣੇਗਾ, ਸਕਿਨ ਨਾਲ ਸਪਰਸ਼ ਕਰੇਗਾ ਬਾਣੀ ਨੂੰ। ਇਸ ਤਰ੍ਹਾਂ ਉਹ ਜਿਹੜੀ ਬਾਣੀ ਦਾ ਰਸ ਆ, ਅੰਮ੍ਰਿਤ ਆ, ਉਹ ਅੰਦਰ ਜਾਏਗਾ। ਫਿਰ ਉਹ ਜਨਮ ਮਰਨ ਦੇ ਸੰਸੇ ਜਿਹੜੇ ਆ ਉਹਨਾਂ ਨੂੰ ਮਿਟਾ ਦਿੰਦਾ, ਅਮਰ ਕਰ ਦਿੰਦਾ ਮਨ ਕਰਕੇ ਹੈ ਨਾ। ਹੁਣ ਉਹ ਛਕੇਗਾ ਉਹੀ ਜਿਹੜਾ ਗੁਰੂ ਪਿਤਾ ਦੀ ਬਾਣੀ ਨੂੰ ਪ੍ਰੇਮ ਕਰੇਗਾ ਨਾ, ਅਤੇ ਹੁਕਮ ਦੀ ਖੇਡ ਨੂੰ ਸਮਝੇਗਾ, ਗੁਰੂ ਪਿਤਾ ਦੇ ਬਚਨ ਕਮਾਵੇਗਾ ਨਾ। ਸੋ ਪਹਿਲਾਂ ਵਾਹਿਗੁਰੂ ਜੀ ਕਿਰਪਾ ਕਰਨ, ਮਨ ਕਰਕੇ ਜਿਹੜਾ ਗੁਰੂ ਪਿਤਾ ਦੀ ਹਜ਼ੂਰੀ 'ਚ ਜਾਣਾ ਜ਼ਰੂਰੀ ਆ। ਫਿਰ ਭੈ ਭਾਵਨਾ ਸ਼ਰਧਾ ਜ਼ਰੂਰੀ ਆ, ਫਿਰ ਹੀ ਇਹ ਅੰਮ੍ਰਿਤ ਦੀ ਦਾਤ ਮਿਲਦੀ ਆ। ਜਿੰਨੀ ਦੇਰ ਪੂਰਨ ਸਮਰਪਣ ਨਹੀਂ ਆ, ਉਨੀ ਦੇਰ ਮਿਲਾਪ ਨਹੀਂ ਆ। ਗੁਰੂ ਪਿਤਾ ਸਮਝਾਉਂਦੇ ਵੀ ਜਦੋਂ ਕਲਗੀਆਂ ਵਾਲੇ ਪਿਤਾ ਨੇ ਮਤਲਬ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੀ ਹੈ ਨਾ, ਅਤੇ 5 ਪਿਆਰੇ ਆਏ, ਉਹਨਾਂ ਨੇ ਕੇਵਲ ਸੀਸ ਹੀ ਨਹੀਂ ਭੇਟ ਕੀਤੀ, ਉਹਨਾਂ ਨੇ ਆਪਾ ਭਾਵ ਭੇਟ ਕਰ ਦਿੱਤਾ ਸੀਸ ਦੇ ਸਮੇਤ ਹੈ ਨਾ। ਸੋ ਆਪਾ ਭਾਵ ਜਦੋਂ ਉਹਨਾਂ ਨੇ ਸੀਸ ਭੇਟ ਕੀਤੇ ਅਤੇ ਫਿਰ ਮਿਲਾਪ ਹੋਇਆ ਉਹਨਾਂ ਦਾ। ਸੋ ਹੁਣ ਇੱਕ ਹੋਰ ਗੁਰੂ ਪਿਤਾ ਨੇ ਖੇਡ ਸਮਝਾਉਂਦੇ ਵੀ ਅੰਮ੍ਰਿਤ ਜਦੋਂ ਹੁਣ ਤਿਆਰ ਕਰਦੇ ਅਤੇ ਪਤਾਸੇ ਉਹਨਾਂ ਨੇ ਪਾਏ ਹੈ ਨਾ, ਅਤੇ ਜਿਨ੍ਹਾਂ ਦੀ ਇੱਕ ਆਪਣੀ ਹੋਂਦ ਸੀਗੀ। ਸੋ ਹੁਣ ਉਹ ਪਤਾਸਿਆਂ ਦਾ ਜਿੱਦਾਂ ਜਦੋਂ ਇਸ ਖੇਡ ਵਿੱਚ ਉਹਨਾਂ ਨੇ ਜਦੋਂ ਜਲ ਵਿੱਚ ਪਤਾਸੇ ਪਏ ਆ ਹੈ ਨਾ, ਅਤੇ ਉਹ ਪਤਾਸਿਆਂ ਦਾ ਆਪਣਾ ਨਾਮ ਨਹੀਂ ਰਿਹਾ, ਅਤੇ ਪਤਾਸੇ ਜਿਹੜੇ ਇੱਕਦਮ ਉਹਦੇ ਵਿੱਚ ਘੁਲ ਗਏ ਅੰਮ੍ਰਿਤ ਵਿੱਚ ਹੈ ਨਾ, ਅਤੇ ਅਭੇਦ ਹੋ ਗਏ। ਪਰ ਉਹਨਾਂ ਨੇ
ਆਪਣੀ ਹੋਂਦ ਮਿਟਾ ਦਿੱਤੀ ਪਰ ਨਾਲ ਮਿਠਾਸ ਦਾ ਗੁਣ ਦਿੱਤਾ। ਸੋ ਵਾਹਿਗੁਰੂ ਜੀ ਸਮਝਾਉਂਦੇ ਵੀ ਗੁਰਮੁਖ ਪਿਆਰਾ ਵੀ ਜਿਹੜਾ ਵਾ ਉਹ ਇਸ ਤਰ੍ਹਾਂ ਹੀ ਪ੍ਰੇਮ ਵਿੱਚ ਰੰਗਿਆ ਹੋਣਾ ਚਾਹੀਦਾ ਵੀ ਉਹ ਆਪਾ ਤੇ ਵਾਰ ਦੇਵੇ ਹੈ ਨਾ ਵਾਹਿਗੁਰੂ ਜੀ ਦੇ ਪਿਆਰਿਆਂ ਤੋਂ, ਕੁਦਰਤ ਤੋਂ, ਪਰ ਆਪਣੇ ਗੁਣ ਵੀ ਜਿਹੜਾ ਵੰਡੇ ਨਾਲ। ਸੋ ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਅਸੀਂ ਵੀ ਗੁਰੂ ਪਿਤਾ ਦੇ ਚਰਨ ਘੁੱਟ ਕੇ ਫੜ ਲਈਏ, ਕਿਉਂਕਿ ਅਸੀਂ ਕਹਿ ਲਓ ਕਿ ਹਮੇਸ਼ਾ ਹੀ ਗੁਰੂ ਪਿਤਾ ਇਹ ਇਸ਼ਾਰਾ ਦਿੰਦੇ ਆ ਵੀ ਅਸੀਂ ਉਸ ਪਿਓਂਦ ਵਾਂਗੂ ਹਾਂ ਜਿਹੜੇ ਅਸੀਂ ਮੇਨ ਬੂਟੇ ਦੇ ਨਾਲ ਲੱਗੇ ਹਾਂ। ਜਿੰਨੀ ਦੇਰ ਅਸੀਂ ਜੁੜੇ ਰਵਾਂਗੇ ਹੈ ਨਾ ਅਸੀਂ ਕਹਿ ਲਓ ਕਿ ਵੱਧਦੇ ਜਾਵਾਂਗੇ ਹੈ ਨਾ, ਸਾਡੇ ਅੰਦਰ ਵਾਹਿਗੁਰੂ ਜੀ ਵਾਲੇ ਗੁਣ ਪ੍ਰਗਟ ਹੁੰਦੇ ਜਾਣਗੇ। ਪਰ ਜਿਸ ਦਿਨ ਅਸੀਂ ਵਾਹਿਗੁਰੂ ਜੀ ਤੋਂ ਹੈ ਨਾ ਆਪਣੇ ਮੇਨ ਜਿਹੜੇ ਕਹਿ ਲਓ ਕਿ ਸਾਡੇ ਸਵਾਸਾਂ ਦੇ ਮਾਲਕ ਆ ਉਹਨਾਂ ਨੂੰ ਜੇ ਅਸੀਂ ਭੁੱਲ ਗਏ ਹੈ ਨਾ ਅਤੇ ਫਿਰ ਸਾਡੀ ਮੌਤ ਆ। ਇਸ ਕਰਕੇ ਜੋ ਗੁਰੂ ਪਿਤਾ ਨੇ ਸਮਝਾਇਆ ਉਹ ਇਹੀ ਆ ਵੀ ਅਸੀਂ ਜਿਹੜੀ ਮੱਤ ਚੁੱਕੀ ਫਿਰਦੇ ਹਾਂ, ਅਸੀਂ ਜਿਹੜਾ ਇਹ ਆਪਾ ਭਾਵ ਗਵਾਵਾਂਗੇ ਤਾਂ ਹੀ ਅਸੀਂ ਪਿਆਰੇ ਨੂੰ ਪਾਵਾਂਗੇ, ਤਾਂ ਹੀ ਅਸੀਂ ਉਸ ਵਾਹਿਗੁਰੂ ਜੀ 'ਚ ਮਿਲਾਂਗੇ ਵਾਪਸ। ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤਰਾਈ। ਵਾਹਿਗੁਰੂ ਜੀ ਕਿਰਪਾ ਕਰਿਓ, ਸੱਚੇ ਸਤਿਗੁਰੂ ਜੀ ਕਿਰਪਾ ਕਰਿਓ, ਆਪ ਹੀ ਚਲਾ ਲਿਓ ਆਪਣੇ ਬਚਨਾਂ 'ਤੇ। ਸੱਚੇ ਸਤਿਗੁਰੂ ਜੀ ਕਿਰਪਾ ਕਰਿਓ, ਬਖਸ਼ਿਸ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।